ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆਰਪੀ ਸੰਧੂ ਲੈ ਕੇ ਹਾਜ਼ਰ ਹਾਂ ਡਾਕਟਰ ਅੰਬੇਡਕਰ ਦੇ ਜਨਮ, ਸਿੱਖਿਆ ਅਤੇ ਜੀਵਨ ਲੜੀ ਦਾ ਭਾਗ ਨੰਬਰ 2 ਵਿਦੇਸ਼ ਵਿੱਚ ਉੱਚ ਸਿੱਖਿਆ। ਪਿਤਾ ਜੀ ਦੀ ਮੌਤ ਤੋਂ ਬਾਅਦ ਭੀਮ ਰਾਓ ਨੇ ਬੜੌਦਾ ਨਰੇਸ਼ ਸਿਆਜੀ ਰਾਓ ਗਾਇਕਵਾੜ ਦੁਆਰਾ ਜਾਰੀ ਕੀਤੇ ਵਜ਼ੀਫੇ ਜ਼ਰੀਏ ਉੱਚ ਸਿੱਖਿਆ ਲਈ ਅਮਰੀਕਾ ਜਾਣ ਦੀ ਤਿਆਰੀ ਖਿੱਚ ਲਈ। 22 ਸਾਲ ਦੇ ਇੱਕ ਅਛੂਤ ਨੌਜਵਾਨ ਨੂੰ ਅਮਰੀਕਾ ਵਰਗੇ ਉੱਨਤ ਦੇਸ਼ ਵਿੱਚ ਉੱਚੀ ਪੜ੍ਹਾਈ ਦਾ ਮੌਕਾ ਮਿਲੇ, ਇਹ ਆਪਣੇ ਆਪ ਵਿੱਚ ਇੱਕ ਅਦੁੱਤੀ ਪ੍ਰਾਪਤੀ ਸੀ। ਸੰਸਾਰ ਵਿੱਚ ਜਿੱਥੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਹੋਣ, ਸਭ ਤੋਂ ਉੱਚੀਆਂ ਆਕਾਸ਼ ਛੂੰਹਦੀਆਂ ਇਮਾਰਤਾਂ ਹੋਣ, ਅਜਿਹੇ ਦੇਸ਼ ਦੀ ਮਹਾਨ ਯੂਨੀਵਰਸਿਟੀ ਵਿੱਚ ਵਿੱਦਿਆ ਪ੍ਰਾਪਤ ਕਰਨ ਲਈ ਭਾਰਤ ਦਾ ਇੱਕ ਆਮ ਜਿਹਾ ਵਿਦਿਆਰਥੀ ਜਾ ਰਿਹਾ ਸੀ। ਤੇ ਜੁਲਾਈ 1913 ਨੂੰ ਭੀਮ ਰਾਓ ਨੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਜਿਸ ਸਮੇਂ ਦੂਜੇ ਵਿਦਿਆਰਥੀ ਸ਼ਰਾਬ, ਸਿਨੇਮਾ ਅਤੇ ਸਿਗਰਟ ਉੱਤੇ ਪੈਸਾ ਬਰਬਾਦ ਕਰਦੇ ਸਨ, ਉਹਨਾਂ ਦਿਨਾਂ ਵਿੱਚ ਭੀਮ ਰਾਓ ਪੁਸਤਕਾਂ ਖਰੀਦਣ ਤੋਂ ਸਿਵਾਏ ਹੋਰ ਕੋਈ ਖਰਚਾ ਨਹੀਂ ਕਰਦੇ ਸਨ। ਸ਼ਰਾਬ ਅਤੇ ਸਿਗਰਟ ਨੂੰ ਤਾਂ ਉਹਨਾਂ ਨੇ ਕਦੇ ਹੱਥ ਵੀ ਨਹੀਂ ਲਗਾਇਆ ਸੀ। ਹਾਂ, ਚਾਹ ਪੀਣ ਦੀ ਆਦਤ ਜ਼ਰੂਰ ਵੱਧ ਗਈ ਸੀ ਤੇ ਨਿਗਾਹ ਦੀ ਐਨਕ ਵੀ ਲੱਗ ਗਈ ਸੀ। ਉਹਨਾਂ ਕੋਲ ਧਨ ਦੀ ਕਮੀ ਸੀ, ਇਸ ਲਈ ਸੈਰ ਸਪਾਟੇ ਤੇ ਜਾਣਾ, ਸਿਨੇਮਾ ਵੇਖਣਾ ਆਦਿ ਗੱਲਾਂ ਵੱਲ ਉਹਨਾਂ ਦਾ ਮਨ ਕਦੇ ਨਹੀਂ ਦੌੜਿਆ। ਉਹਨਾਂ ਨੂੰ ਆਪਣੀ ਰੋਟੀ ਲਈ $1 ਤੇ 10 ਸੈਂਟ ਖਰਚਣੇ ਪੈਂਦੇ ਸਨ। ਇਸ ਵਿੱਚ 1 ਕੱਪ ਕੌਫੀ, 2 ਕੇਕ, 1 ਪਲੇਟ ਮੱਛੀ ਤੇ ਜਾਂ ਫਿਰ ਸਬਜ਼ੀ ਮਿਲ ਜਾਂਦੀ ਸੀ। ਜਦੋਂ ਤੀਕ ਤਿੱਖੀ ਭੁੱਖ ਨਾ ਲੱਗਦੀ, ਤਦ ਤੀਕ ਉਹ ਖਾਣ ਉੱਤੇ ਕੁਝ ਵੀ ਖਰਚ ਨਹੀਂ ਕਰਦੇ ਸਨ। ਉਹਨਾਂ ਨੂੰ ਜੋ ਵਜ਼ੀਫਾ ਮਿਲਦਾ ਸੀ, ਉਸ ਵਿੱਚੋਂ ਉਹ ਆਪਣੀ ਪਤਨੀ ਨੂੰ ਘਰ ਦਾ ਖਰਚ ਚਲਾਉਣ ਲਈ ਕੁਝ ਰਕਮ ਭਾਰਤ ਵੀ ਭੇਜਦੇ ਸਨ, ਕਿਉਂਕਿ 1906 ਵਿੱਚ ਰਮਾਬਾਈ ਜੀ ਨਾਲ ਉਹਨਾਂ ਦੀ ਸ਼ਾਦੀ ਹੋ ਗਈ ਸੀ। ਉਹਨਾਂ ਦੇ ਸਹਿਪਾਠੀਆਂ ਦਾ ਇਹ ਕਹਿਣਾ ਹੈ ਕਿ ਅੰਬੇਡਕਰ ਨੇ ਆਪਣੇ ਵਿਦਿਆਰਥੀ ਜੀਵਨ ਦਾ ਇੱਕ ਪਲ ਅਧਿਐਨ ਵਿੱਚ ਹੀ ਬਿਤਾਇਆ। ਭੀਮ ਰਾਓ 1913 ਤੋਂ 1916 ਈਸਵੀ ਤੱਕ ਨਿਊਯਾਰਕ ਸ਼ਹਿਰ ਵਿੱਚ ਰਹੇ। ਸੁਤੰਤਰਤਾ ਦੀ ਦੇਵੀ ਬੁੱਤ ਸਟੈਚੂ ਆਫ ਲਿਬਰਟੀ ਇਸ ਸ਼ਹਿਰ ਦੇ ਨੇੜੇ ਹੀ ਹੈ। ਉਹਨਾਂ ਦਿਨਾਂ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਜੌਨ ਡਿਊਈ, ਐਡਵਿਨ ਸਲਿੰਗਮਨ, ਫਰੈਂਕਲਿਨ ਵਰਗੇ ਉੱਚ ਕੋਟੀ ਤੇ ਵਿਦਵਾਨ ਸਿੱਖਿਆ ਦਿੰਦੇ ਸਨ। ਇਹਨਾਂ ਮਹਾਨ ਅਧਿਆਪਕਾਂ ਕੋਲੋਂ ਭੀਮ ਰਾਓ ਨੇ ਬਹੁਤ ਕੁਝ ਸਿੱਖਿਆ। ਇਸ ਤਰ੍ਹਾਂ ਭੀਮ ਰਾਓ ਆਪਣੀ ਗਿਆਨ ਸਾਧਨਾ ਵਿੱਚ ਜੁਟੇ ਰਹੇ। ਉਹ ਹਰ ਰੋਜ਼ ਲਗਾਤਾਰ 18 ਘੰਟੇ ਆਪਣੀ ਪੜ੍ਹਾਈ ਵਿੱਚ ਲੀਨ ਰਹਿੰਦੇ। 1915 ਈਸਵੀ ਵਿੱਚ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਐਂਡ ਫਾਈਨੈਂਸਿੰਗ ਆਫ ਈਸਟ ਇੰਡੀਆ ਕੰਪਨੀ ਵਿਸ਼ੇ ਉੱਤੇ ਆਪਣਾ ਸ਼ੋਧ ਪ੍ਰਬੰਧ ਪੇਸ਼ ਕਰਕੇ MA ਦੀ ਡਿਗਰੀ ਪ੍ਰਾਪਤ ਕਰ ਲਈ। ਜੂਨ 1916 ਵਿੱਚ PhD ਦੀ ਡਿਗਰੀ ਲਈ ਉਹਨਾਂ ਨੇ ਨੈਸ਼ਨਲ ਡਿਵੀਡੈਂਡ ਆਫ ਇੰਡੀਆ, ਇਹ ਹਿਸਟੋਰੀਕਲ ਐਂਡ ਐਨਾਲਿਟਿਕ ਸਟੱਡੀ ਵਿਸ਼ੇ ਉੱਤੇ ਇੱਕ ਖੋਜ ਪੱਤਰ ਪੇਸ਼ ਕੀਤਾ ਅਤੇ PhD ਲਈ ਲਿਖੇ ਆਪਣੇ ਸ਼ੋਧ ਪ੍ਰਬੰਧ ਦੀ ਪ੍ਰਕਾਸ਼ਿਤ ਪੁਸਤਕ ਭੀਮ ਰਾਓ ਨੇ ਬੜੌਦਾ ਨਰੇਸ਼ ਸਿਆਜੀ ਰਾਓ ਗਾਇਕਵਾੜ ਨੂੰ, ਜੋ ਉਹਨਾਂ ਨੇ ਬਾਬਾ ਸਾਹਿਬ ਦੀ ਮਦਦ ਕੀਤੀ, ਉਸ ਦੀ ਅਹਿਸਾਨਮੰਦੀ ਦੇ ਰੂਪ ਵਿੱਚ ਸਾਦਰ ਭੇਂਟ ਕੀਤੀ। ਨਿਊਯਾਰਕ ਵਿੱਚ ਰਹਿੰਦੇ ਸਮੇਂ ਅੰਬੇਡਕਰ ਨੇ ਆਪਣੀ ਛੁੱਟੀ ਦੇ ਸਮੇਂ ਪੁਰਾਣੀਆਂ ਕਿਤਾਬਾਂ ਦੀਆਂ ਦੁਕਾਨਾਂ ਤੇ ਜਾ ਕੇ ਬਹੁਤ ਸਾਰੀਆਂ ਕਿਤਾਬਾਂ ਖਰੀਦੀਆਂ। ਕਰੀਬ 2000 ਕਿਤਾਬਾਂ ਭਾਰਤ ਵਾਪਸ ਆਉਣ ਵਾਲੇ ਇੱਕ ਮਿੱਤਰ ਨੂੰ ਦੇ ਕੇ ਉਹ ਲੰਡਨ ਲਈ ਰਵਾਨਾ ਹੋਏ। ਪਰ ਕੁਝ ਸਮੇਂ ਬਾਅਦ ਜਦੋਂ ਉਹ ਭਾਰਤ ਵਾਪਸ ਆਏ ਤਾਂ ਉਹਨਾਂ ਵਿੱਚੋਂ ਬਹੁਤ ਘੱਟ ਕਿਤਾਬਾਂ ਉਹਨਾਂ ਦੇ ਹੱਥ ਲੱਗੀਆਂ। ਡਾਕਟਰ ਅੰਬੇਡਕਰ ਨੂੰ ਆਪਣੀ ਜਵਾਨੀ ਤੋਂ ਹੀ ਕਿਤਾਬਾਂ ਨਾਲ ਬਹੁਤ ਲਗਾਓ ਸੀ, ਪਿਆਰ ਸੀ। ਉਹਨਾਂ ਦੀ ਇਹ ਲਗਨ ਬੰਬਈ ਕਾਰਨੀਕਲ ਨੂੰ ਲਿਖੇ ਗਏ ਇੱਕ ਪੱਤਰ ਤੋਂ ਪ੍ਰਗਟ ਹੁੰਦੀ ਹੈ। ਭਾਰਤ ਦੇ ਸੁਤੰਤਰਤਾ ਸੈਲਾਨੀ
ਸਰ ਫਿਰੋਜ਼ ਸ਼ਾਹ ਮਹਿਤਾ ਦਾ ਸਨ 1915 ਈਸਵੀ ਨੂੰ ਦੇਹਾਂਤ ਹੋ ਜਾਂਦਾ ਹੈ। ਇਹ ਖਬਰ ਅਮਰੀਕਾ ਵਿੱਚ ਬਹੁਤ ਸਮੇਂ ਬਾਅਦ ਪਹੁੰਚੀ। ਭਾਰਤ ਪ੍ਰਤੀ ਸ਼ਰਧਾ ਨਾਲ ਖੋਜ ਪੱਤਰ ਲਿਖਣ ਵਾਲੇ ਅੰਬੇਡਕਰ ਨੂੰ ਜਦੋਂ ਇਹ ਪਤਾ ਲੱਗਿਆ ਕਿ ਮਹਿਤਾ ਜੀ ਦੀ ਯਾਦ ਵਿੱਚ ਉਹਨਾਂ ਦਾ ਇੱਕ ਬੁੱਤ ਖੜਾ ਕੀਤਾ ਜਾਵੇ ਤਾਂ ਉਹਨਾਂ ਨੇ ਕਾਰਨੀਕਲ ਨੂੰ ਆਪਣੇ ਵਿਚਾਰ ਇੱਕ ਪੱਤਰ ਰਾਹੀਂ ਦੱਸੇ। ਉਹਨਾਂ ਲਿਖਿਆ ਸੀ, ਮਹਿਤਾ ਜੀ ਦੀ ਯਾਦ ਵਿੱਚ ਸਿਰਫ ਬੁੱਤ ਖੜਾ ਕਰਕੇ ਹੀ ਯਾਦਗਾਰ ਸਥਾਪਿਤ ਨਾ ਕਰਕੇ ਉਹਨਾਂ ਦੀ ਯਾਦ ਵਿੱਚ ਇੱਕ ਲੋਕ ਕਿਤਾਬ ਘਰ ਦੀ ਯੋਜਨਾ ਸਾਕਾਰ ਕਰਨੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਰਾਸ਼ਟਰ ਦੀ ਬੌਧਿਕ ਅਤੇ ਸਮਾਜਿਕ ਤਰੱਕੀ ਲਈ ਇੱਕ ਲਾਇਬ੍ਰੇਰੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਉਹ ਯਾਦਗਾਰ ਦੀ ਵਰਤੋਂ ਲਾਹੇਵੰਦ ਤਾਂ ਹੋਵੇਗੀ ਹੀ, ਨਾਲ ਹੀ ਉਹਨਾਂ ਦੀ ਯਾਦ ਨੂੰ ਵੀ ਸਦੀਵੀ ਬਣਾਈ ਰੱਖੇਗੀ। ਇਸ ਤੋਂ ਬਾਅਦ ਅਕਤੂਬਰ 1916 ਈਸਵੀ ਵਿੱਚ ਉਹਨਾਂ ਨੂੰ ਕਾਨੂੰਨ ਦੀ ਪੜ੍ਹਾਈ ਲਈ ਗ੍ਰੇਜ਼ ਇਨ ਅਤੇ ਅਰਥ ਸ਼ਾਸਤਰ ਦੇ ਅਧਿਐਨ ਲਈ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਵਿੱਚ ਦਾਖਲਾ ਮਿਲਿਆ। ਉਹਨਾਂ ਨੇ ਆਪਣੇ ਸ਼ੋਧ ਪ੍ਰਬੰਧ ਲਿਖਣੇ ਸ਼ੁਰੂ ਹੀ ਕੀਤੇ ਸਨ ਕਿ ਬੜੌਦਾ ਰਿਆਸਤ ਦੇ ਦੀਵਾਨ ਨੇ ਇਤਲਾਹ ਭੇਜੀ ਕਿ ਉਹਨਾਂ ਦਾ ਵਜ਼ੀਫਾ ਖਤਮ ਕਰ ਦਿੱਤਾ ਗਿਆ ਹੈ ਅਤੇ ਉਹ ਭਾਰਤ ਵਾਪਸ ਆ ਜਾਣ। ਇਸ ਲਈ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਵਾਪਸ ਆਉਣਾ ਜ਼ਰੂਰੀ ਹੋ ਗਿਆ। ਕੀ ਬਾਬਾ ਸਾਹਿਬ ਗਰੇਜ਼ ਇਨ ਅਤੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਸਕੇ? ਕੀ ਬਾਬਾ ਸਾਹਿਬ ਭਾਰਤ ਵਾਪਸ ਆਏ? ਕੀ ਇਕਰਾਰਨਾਮੇ ਮੁਤਾਬਕ ਬਾਬਾ ਸਾਹਿਬ ਨੇ ਬੜੌਦਾ ਰਿਆਸਤ ਵਿੱਚ ਨੌਕਰੀ ਕੀਤੀ? ਇਹਨਾਂ ਸਭ ਸਵਾਲਾਂ ਦੇ ਜਵਾਬ ਜਾਣਾਂਗੇ ਅਗਲੀ ਵੀਡੀਓ ਵਿੱਚ। ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ।